ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਧਰਮ ਰੱਖਿਅਕ। ਉਹਨਾਂ ਨੂੰ ਆਪਣੀ ਸੁਰਤ ਵਿੱਚ ਪਾਈ ਬੈਠੇ, ਉਹਨਾਂ ਦੇ ਇਤਿਹਾਸ ਨਾਲ ਜੁੜੇ ਹੋਏ ਦੁਨੀਆ ਦੇ ਕੋਨੇ-ਕੋਨੇ 'ਚ ਵੱਸਦੇ ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਨੇ ਸਦੇ ਸਤਿਗੁਰੂ ਜੀ, ਧੰਨ ਹੈ ਉਹਨਾਂ ਦਾ ਜ਼ਿੰਦਗੀ ਦਾ ਕਰਨੀ ਨਾਮਾ। ਭਲਿਓ ਅਸੀਂ ਤਾਂ ਆਪਣੇ ਆਪਣੇ ਨਿੱਜ ਪਰਿਵਾਰਾਂ ਲਈ ਜੀਉ ਰਹੇ ਹਾਂ। ਆਪਾਂ ਤਾਂ ਦੋ ਬੱਚਿਆਂ ਲਈ ਦਿਨ ਰਾਤ ਖਪ ਕੇ ਮਰਦੇ ਪਏ ਹਾਂ। ਅੱਜ ਸਾਡੀ ਸੋਚ ਸਾਡੇ ਕੁਟੁੰਬ ਵਿੱਚੋਂ ਬਾਹਰ ਨਹੀਂ ਜਾਂਦੀ। ਅੱਜ ਸਾਡੀ ਸੋਚ ਸਾਡੇ ਸਵਾਰਥ ਦੀ ਹੱਦ ਨੂੰ ਪਾਰ ਨਹੀਂ ਕਰਦੇ। ਅੱਜ ਸਾਡੀ ਸੋਚ ਸਾਡੇ ਅੰਦਰ ਤਮਾ, ਸਾਡੇ ਅੰਦਰ ਲਾਲਚ, ਸਾਡੇ ਅੰਦਰ ਧਨ, ਸਾਡੇ ਅੰਦਰ ਸੰਪਤਾ ਨੂੰ ਇਕੱਠਿਆਂ ਕਰਨ ਦੇ ਲਈ ਸਾਨੂੰ ਉਸ ਪਾਸੇ ਪਾਗਲਾਂ ਵਾਂਗ ਖਿੱਚੀ ਬੈਠੀ ਹੈ। ਅਸੀਂ ਗੁਰੂ ਦੇ ਸਿੱਖ ਕਦੀ ਦੇਖੀਏ ਕਿ ਗੁਰਮਤਿ ਸਾਡੇ ਅੰਦਰ ਮਾਇਆ ਨੂੰ ਫੜਨ ਦੀ ਬਿਰਤੀ ਪੈਦਾ ਕਰਦੀ ਹੈ ਕਿ ਮਾਇਆ ਨੂੰ ਤਿਆਗ ਦੇਣ ਦਾ ਸੁਭਾਅ ਪੈਦਾ ਕਰਦੀ ਹੈ। ਗੁਰਮਤਿ ਸਾਡੇ ਅੰਦਰ ਸਾਨੂੰ ਦੁਨਿਆਵੀ ਮਨੁੱਖ ਬਣ ਕੇ ਜ਼ਿੰਦਗੀ ਜਿਉਣ ਦਾ ਸਬਕ ਦਿੰਦੀ ਹੈ ਕਿ ਗੁਰਮਤਿ ਸਾਡੇ ਅੰਦਰ ਗਿਆਨ ਦੇ ਰਸਤੇ ਤੁਰ ਕੇ ਆਪਣੇ ਆਪੇ ਨੂੰ ਵਾਰਨ ਦਾ ਉਮਾਹਾ ਪੈਦਾ ਕਰਦੀ ਹੈ, ਚਾਹ ਪੈਦਾ ਕਰਦੀ ਹੈ। ਭਲਿਓ ਅਸੀਂ ਇਸ ਤਰ੍ਹਾਂ ਇਤਿਹਾਸ ਨੂੰ ਨਹੀਂ ਲੈਂਦੇ। ਅਸੀਂ ਇਤਿਹਾਸ ਨੂੰ ਕਹਾਣੀ ਬਣਾ ਬੈਠੇ ਹਾਂ, ਆਪਣੇ ਕੰਨਾਂ ਦਾ ਵਕਤੀ ਜਿਹਾ ਰਸ ਬਣਾ ਬੈਠੇ ਹਾਂ। ਅਸੀਂ ਇਤਿਹਾਸ ਦੇ ਵਿੱਚ ਜਿਉਣ ਦੇ ਲਈ ਅਸੀਂ ਗੋਤਾ ਨਹੀਂ ਖਾਣਾ ਚਾਹੁੰਦੇ। ਹੁਣ ਵੀ ਉਹਨਾਂ ਦੇ 400 ਸਾਲਾ ਆਗਮਨ ਸ਼ਤਾਬਦੀ ਸਾਡੇ ਲਈ ਇੱਕ ਮਹਿਜ ਵਰਤਾਰਾ ਬਣ ਕੇ ਨਿਕਲ ਜਾਣ ਵਾਲਾ ਵਾਕਿਆ ਬਣ ਕੇ ਰਹਿ ਜਾਏਗਾ। ਅਸੀਂ ਨਗਰ ਕੀਰਤਨ ਕਰ ਲਵਾਂਗੇ, ਵੱਡੇ ਵੱਡੇ ਸ਼ੈਂਦ ਵਿਚਾਰ ਸੰਮੇਲਨ ਵੀ ਕਰ ਲਵਾਂਗੇ, ਪਰ ਉਹ 'ਚੋਂ ਲਿਆ ਕੀ, ਖੱਟਿਆ ਕੀ, ਪਾਇਆ ਕੀ, ਕਮਾਇਆ ਕੀ, ਹੰਢਾਇਆ ਕੀ, ਗੁਰੂ ਦੇ ਨੇੜੇ ਅਸੀਂ ਕਿੰਨਾ ਕੁ ਗਏ, ਇਹ ਵੱਡੇ ਸਵਾਲ ਕਿੱਥੋਂ ਸਾਡੇ 'ਚ ਪੈਦਾ ਹੋਣਗੇ ਕਿ ਨਹੀਂ ਹੋਣਗੇ। ਇਹ ਤਾਂ ਨਿੱਜ ਦਾ ਮਸਲਾ ਹੈ। ਹਰ ਇੱਕ ਵਿਅਕਤੀ ਜਿਹੜਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਥੋੜ੍ਹਾ ਜਿਹਾ ਜਾਣਨ ਦਾ, ਸੁਣਨ ਦਾ ਯਤਨ ਕਰੇ, ਇਹ ਤਾਂ ਉਹਦੇ ਅੰਦਰ ਦਾ ਆਪਣਾ ਵਿਚਾਰ ਪੱਖ ਹੈ ਕਿ ਮੈਨੂੰ ਗੁਰੂ ਤੇਗ ਬਹਾਦਰ ਦੀ ਜ਼ਿੰਦਗੀ 'ਚੋਂ ਕੀ ਮਿਲਿਆ। ਭਾਗਾਂ ਵਾਲਿਓ, ਦਿੱਲੀ ਦਾ ਚਾਂਦਨੀ ਚੌਂਕ ਸੰਸਾਰ ਦੇ ਇਤਿਹਾਸ ਦੀ ਉਹ ਧਰਤੀ, ਜਿਸ ਧਰਤੀ ਦਾ ਬਦਲ ਸੰਸਾਰ ਦੀ ਕਿਸੇ ਕੌਮ ਦੇ ਕੋਲ ਨਹੀਂ ਹੈ, ਜਿਸ ਧਰਤੀ ਦਾ ਬਦਲ ਦੁਨੀਆ ਦੇ ਕਿਸੇ ਇਤਿਹਾਸ ਦੇ ਪੰਨੇ ਉੱਤੇ ਨਹੀਂ ਹੈ। ਗੁਰੂ ਜੀ ਦਾ ਇਤਿਹਾਸ ਵੀ ਉਹੀ ਇਤਿਹਾਸ ਹੈ ਜਿਸ ਇਤਿਹਾਸ ਦਾ ਬਦਲ ਸੰਸਾਰ ਨਾ ਕਦੀ ਪੈਦਾ ਕਰ ਸਕਿਆ, ਨਾ ਅੱਜ ਤੱਕ ਕਿਸੇ ਤੇ ਸੰਸਾਰ ਦੇ ਵਿੱਚ ਪੈਦਾ ਹੋਇਆ। ਅਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਅਤੇ ਗੁਰੂ ਦੀ ਕਰਨੀ ਅਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੇ ਕੱਲ੍ਹ ਵਿੱਚ ਵੀ ਇਸ ਇਤਿਹਾਸ ਦਾ ਬਦਲ ਸੰਸਾਰ ਦੀ ਅੱਖ ਨਹੀਂ ਵੇਖ ਪਾਏਗੀ। ਆਪਣੇ ਆਪ ਨੂੰ ਧਰਮਾਤਮਾ ਅਖਵਾਉਣ ਵਾਲੇ ਅਤੇ ਸੰਸਾਰ ਦੀ ਧਰਤੀ 'ਤੇ ਸਮੇਂ-ਸਮੇਂ ਲੱਖਾਂ ਪੈਦਾ ਹੋਣਗੇ। ਲੱਖਾਂ ਨੂੰ ਰੱਬ ਤੱਕ ਪੁੱਗੇ ਹੋਏ ਕਹਿ ਕੇ ਪੂਜਿਆ ਜਾਏਗਾ, ਪ੍ਰਚਾਰਿਆ ਜਾਏਗਾ, ਦਾਵਾਗਿਰੀ ਖੜੀ ਕੀਤੀ ਜਾਏਗੀ। ਪਰ ਜਦੋਂ ਮਨੁੱਖਤਾ ਦੇ ਲਈ, ਇਨਸਾਨੀਅਤ ਦੇ ਲਈ, ਉਹਨਾਂ ਦੀ ਪੀੜਾ ਹਰਨ ਦੇ ਲਈ ਉਹਨਾਂ ਦੇ ਸਾਹਮਣੇ ਸੰਸਾਰ ਭਰ ਵਿੱਚ ਵਾਪਰ ਰਹੇ ਤਸ਼ੱਦਦ ਅਤੇ ਅਤਿਆਚਾਰ ਦੇ ਹਾਲਾਤਾਂ ਵਿੱਚੋਂ ਉਹਨਾਂ ਦੀ ਤਿਆਰੀ ਦੀ ਗੱਲ ਹੋਏਗੀ ਤਾਂ ਅਸੀਂ ਅੱਜ ਤੱਕ ਤਾਂ ਦੇਖਿਆ ਹੈ ਖਾਮੋਸ਼ੀ ਸਾਡੇ ਕੋਲ ਮਿਲਦੀ ਹੈ, ਚੁੱਪ ਸਾਡੇ ਕੋਲ ਮਿਲਦੀ ਹੈ। ਤਸ਼ੱਦਦ ਦਾ ਦੌਰ ਨਹੀਂ ਰੁਕਦਾ। ਇਹ ਸਦੀ ਭਾਵੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵਾਲੀ ਸਦੀ 17ਵੀਂ ਸਦੀ ਹੋਵੇ, ਉਸ ਤੋਂ ਬਾਅਦ ਦੀ ਸਦੀ 18ਵੀਂ ਸਦੀ ਰਹੀ ਹੋਵੇ, ਉਸ ਤੋਂ ਬਾਅਦ ਦੀ ਸਦੀ 19ਵੀਂ ਸਦੀ ਰਹੀ ਹੋਵੇ, ਉਸ ਤੋਂ ਬਾਅਦ ਦੀ ਸਦੀ ਜਿਹੜੀ ਹੈ 20ਵੀਂ ਸਦੀ ਰਹੀ ਹੋਵੇ, ਉਸ ਤੋਂ ਬਾਅਦ ਦੀ ਸਦੀ ਜਿਸ ਵਿੱਚ ਅੱਜ ਆਪਾਂ ਜੀਉ ਰਹੇ ਹਾਂ 21ਵੀਂ ਸਦੀ ਦਾ, ਇਹ 2 ਦਹਾਕੇ ਸਾਡੀਆਂ ਅੱਖਾਂ ਸਾਹਮਣੇ ਲੰਘ ਚੁੱਕੇ ਨੇ। ਕਿੰਨੇ ਕੁ ਵਿਅਕਤੀ ਸਾਹਮਣੇ ਆਏ ਨੇ
ਜਿਨ੍ਹਾਂ ਦੁਨੀਆ ਦੇ ਅੰਦਰ ਹੁੰਦੇ ਤਸ਼ੱਦਦ ਨੂੰ ਰੋਕਣ ਦੇ ਲਈ ਆਪਣੇ ਅੰਦਰ ਦੀ ਹਿੰਮਤ ਨੂੰ ਇਸ ਤਰ੍ਹਾਂ ਜੁਟਾ ਦਿੱਤਾ ਹੋਵੇ, ਅਸੀਂ ਇਸ ਤਸ਼ੱਦਦਕਾਰੀਆਂ ਦੇ ਸਾਹਮਣੇ ਖੜ੍ਹੇ ਹੋ ਕੇ ਤਸ਼ੱਦਦ ਰੋਕਣਾ ਹੈ। ਭਲਿਓ, ਇਹ ਹੋ ਸਕਦਾ ਹੈ ਕਿਸੇ ਨੇ ਆਪਣੇ ਪਿੰਡੇ ਤਸ਼ੱਦਦ ਸਹਿ ਲਿਆ ਹੋਵੇ, ਸਜ਼ਾ ਭੁਗਤ ਲਈ ਹੋਵੇ, ਪਰ ਉਹਨਾਂ ਵਾਂਗ ਦੂਜੇ ਦੇ ਲਈ, ਦੂਜੇ ਦੇ ਇਮਾਨ ਦੇ ਲਈ, ਦੂਜੇ ਦੇ ਧਾਰਮਿਕ ਅਕੀਦੇ ਦੇ ਲਈ ਆਪਣੇ ਆਪੇ ਨੂੰ ਜਰਮਾਨੇ ਦੇ ਸਾਹਮਣੇ ਤੱਕ ਲੈ ਕੇ ਜਾਣ ਵਾਲਾ ਸਫ਼ਰ ਜੇ ਸੰਸਾਰ ਦੇ ਅੰਦਰ ਕਿਤੇ ਤੈਅ ਹੁੰਦਾ ਮਿਲਦਾ ਹੈ ਤਾਂ ਧੰਨ 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 ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਤੈਅ ਕੀਤਾ। ਹੁਣ ਇਤਿਹਾਸ ਲਿਖਦਾ ਹੈ ਕਿ ਸੱਚੇ ਪਾਤਸ਼ਾਹ ਨੂੰ ਚਾਂਦਨੀ ਚੌਕ ਅੰਦਰ ਜਿਸ ਕੋਤਵਾਲੀ ਦੇ ਵਿੱਚ ਕੈਦ ਕੀਤਾ ਹੈ, ਅਗਲਾ ਦਿਨ ਚੜ੍ਹਦਾ ਹੈ, ਇੱਥੇ ਸੂਬੇ ਦੇ ਇਸ ਸਲਤਨਤ ਦੇ ਕਰਿੰਦਿਆਂ ਦੀ ਕਚਹਿਰੀ ਲੱਗਦੀ ਹੈ। ਦਿੱਲੀ ਦਾ ਸੂਬਾ, ਉਹਦੇ ਅਹਿਲਕਾਰ, ਉਹਦੇ ਸੱਜੇ ਖੱਬੇ ਨਿਆਂ ਦੇਣ ਦੀ ਕਿਰਿਆ ਨਾਲ ਜੁੜੇ ਹੋਏ ਕਰਿੰਦੇ, ਕਾਜੀ, ਮੌਲਵੀ, ਪਤਾ ਨਹੀਂ ਕਿੰਨੇ ਤੌਰ ਦਾ ਲਾਓ ਲਸ਼ਕਰ ਹੋਏਗਾ, ਉੱਥੇ ਕਚਹਿਰੀ ਲੱਗੀ ਹੋਏਗੀ। ਉਸ ਕਚਹਿਰੀ ਦੇ ਅੰਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਅਤੇ ਉਹਨਾਂ ਦੇ ਦੁਲਾਰੇ ਗੁਰਸਿੱਖਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਸਮੇਂ ਦੀ ਹਕੂਮਤ ਕੀ ਚਾਹੁੰਦੀ ਹੈ, ਉਸ ਮਨਸ਼ਾ ਨੂੰ ਅੱਗੇ ਪਰੋਸਿਆ ਜਾਂਦਾ ਹੈ। ਗੁਰਦੇਵ ਦੇ ਸਾਹਮਣੇ ਸਮੇਂ ਦੇ ਹੁਕਮਰਾਨਾਂ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਰੱਖੀਆਂ ਗਈਆਂ, ਉਹਨਾਂ 'ਚ 3 ਗੱਲਾਂ ਦੀ ਚਰਚਾ ਇਤਿਹਾਸ ਕਰਦਾ ਹੈ। ਸਮੇਂ ਦੇ ਹੁਕਮਰਾਨ ਚਾਹੁੰਦੇ ਨੇ ਕਿ ਗੁਰੂ ਨਾਨਕ ਦੇ ਇਸ ਘਰ ਨੂੰ ਸਦਾ ਲਈ ਸੱਚ ਅਤੇ ਹੱਕ ਦਾ ਹੋਕਾ ਦੇਣ ਤੋਂ ਰੋਕ ਦਿੱਤਾ ਜਾਏ। ਗੁਰੂ ਨਾਨਕ ਦੇ ਇਸ ਘਰ ਨੂੰ ਰੋਕਣ ਦਾ ਪਹਿਲਾ ਯਤਨ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਇਸੇ ਸੰਕਲਪ ਵਿੱਚੋਂ ਨਿਕਲਦੀ ਹੈ। ਜਦੋਂ ਜਹਾਂਗੀਰ ਵਰਗਾ ਉਸ ਸਮੇਂ ਦਾ ਜਰਵਾਣਾ ਗੁਰੂ ਨਾਨਕ ਜੀ ਦੇ ਦਰ ਘਰ ਨੂੰ ਝੂਠ ਦੀ ਦੁਕਾਨ ਆਖਦਾ ਹੈ, ਇੱਥੋਂ ਨਿਕਲਣ ਵਾਲੀ ਆਵਾਜ਼ ਦੀ ਤਾਕਤ ਨੂੰ ਸਵੀਕਾਰ ਕਰਦਾ ਹੈ ਕਿ ਇਸ ਘਰ ਦੀ ਆਵਾਜ਼ ਸੰਸਾਰ ਦੇ ਸਾਰੇ ਮਨੁੱਖਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਸਧਾਰਨ ਵਿਅਕਤੀ ਨੂੰ ਵੀ, ਇਲਮਦਾਰ ਨੂੰ ਵੀ, ਗੈਰ ਇਸਲਾਮੀ ਨੂੰ ਵੀ, ਇਸਲਾਮ ਦੇ ਪੈਰੋਕਾਰਾਂ ਨੂੰ ਵੀ ਇਹ ਆਵਾਜ਼ ਬੜੀ ਬਲਕਾਰੀ ਆਵਾਜ਼ ਹੈ, ਪਰ ਮੇਰੀ ਨਿਗਾਹ ਵਿੱਚ ਇਹ ਕੁਫਰ ਦੀ ਆਵਾਜ਼ ਹੈ, ਝੂਠ ਦੀ ਆਵਾਜ਼ ਹੈ। ਮੈਂ ਇਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਹਾਂ ਅਤੇ ਉਹਨੇ ਆਪਣਾ ਵਰਤਾਰਾ ਵਰਤਾਇਆ। ਅੱਜ ਫਿਰ ਉਹ ਆਵਾਜ਼ ਜਿਹੜੀ ਕਦੇ ਲਾਹੌਰ ਦੇ ਕੰਨਾਂ ਤੱਕ ਗਈ, ਆਵਾਜ਼ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚਲਦਿਆਂ ਚਲਦਿਆਂ ਸੰਸਾਰ ਦੇ ਲੋਕਾਂ ਦੇ ਕੰਨਾਂ ਤੱਕ ਪੁੱਜਦੀ ਪੁੱਜਦੀ ਅੱਜ ਆਵਾਜ਼ ਦਾ ਮਰਕਜ਼, ਅੱਜ ਆਵਾਜ਼ ਦਾ ਪੈਗਾਮਕਾਰੀ ਸ਼ਕਤੀ ਦਾ ਧੁਰਾ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੱਜ ਹਕੂਮਤ ਦੇ ਇਹਨਾਂ ਕਰਿੰਦਿਆਂ ਦੀ ਸਭਾ ਦੇ ਵਿੱਚ ਅੱਜ ਇਹਨਾਂ ਦੇ ਪਕੜ ਕੇ ਪੇਸ਼ ਕੀਤੇ ਹੋਏ ਹਾਜ਼ਰ ਹਨ। ਇਹਨਾਂ ਨੇ ਉਹਨਾਂ ਦੇ ਸਾਹਮਣੇ ਆਪਣਾ ਭੈ ਸਿਰਜਣ ਦੇ ਲਈ, ਡਰ ਅਤੇ ਸਹਿਮ ਸਿਰਜਣ ਦੇ ਲਈ, ਆਪਣਾ ਸਲਤਨਤੀ ਦਬਾਅ ਅਤੇ ਪ੍ਰਭਾਵ ਪਾਉਣ ਦੇ ਲਈ 3 ਗੱਲਾਂ ਇਤਿਹਾਸਕਾਰ ਲਿਖਦਾ ਹੈ ਕਿ ਰੱਖੀਆਂ ਨੇ। ਪਹਿਲੀ ਗੱਲ ਹੈ ਕਿ ਤੁਸੀਂ ਕੋਈ ਕਰਾਮਾਤ ਦਿਖਾ ਦਿਓ। ਦੂਜੀ ਗੱਲ ਸ਼ਰਤ ਹੈ ਤੁਸੀਂ ਇਸਲਾਮ ਦੇ ਦਾਇਰੇ ਵਿੱਚ ਆ ਜਾਓ। ਤੀਜੀ ਸ਼ਰਤ ਹੈ ਜੇ ਤੁਸੀਂ ਪਹਿਲੀਆਂ 2 ਸ਼ਰਤਾਂ ਸਵੀਕਾਰ ਨਹੀਂ ਕਰਨੀਆਂ ਅਤੇ ਆਪਣਾ ਸਿਰ ਦੇਣ ਵਾਸਤੇ ਤਿਆਰ ਹੋ ਜਾਓ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਭਲਿਓ,
ਅਸੀਂ ਤੇ ਇਤਿਹਾਸ ਲਿਖਣ ਲੱਗੇ ਆਂ ਵੀ ਗੁਰਬਾਣੀ ਤੇ ਗੁਰੂ ਦੇ ਇਤਿਹਾਸ ਦੇ ਸੱਚ ਨੂੰ ਪਿੱਠ ਦੇ ਕੇ ਇਤਿਹਾਸ ਲਿਖਣ ਦਾ ਯਤਨ ਕੀਤਾ। ਕਈ ਤਰ੍ਹਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਪੇਸ਼ ਕਰਕੇ ਉਹਨਾਂ ਦੀ ਜ਼ਿੰਦਗੀ ਦੀ ਗਾਥਾ ਵਿੱਚ ਪਹਿਲੇ ਜਾਮੇ ਤੋਂ ਲੈ ਕੇ ਨਿਰੰਤਰ ਸ਼ਾਮਲ ਕਰਨ ਦੀਆਂ ਅਸੀਂ ਘਟੀਆ ਕਿਸਮ ਦੀਆਂ ਕਾਰਵਾਈਆਂ ਕੀਤੀਆਂ ਕਿ ਗੁਰੂ ਦੇ ਇਤਿਹਾਸ ਨੂੰ ਕਰਾਮਾਤੀ ਬਣਾਉਣ ਦਾ ਅਸੀਂ ਬਹੁਤ ਵੱਡਾ ਗਫ਼ਲਤ ਦਾ ਰਸਤਾ ਅਖਤਿਆਰ ਕਰ ਲਿਆ। ਜਦੋਂ ਕਿ ਸੱਚ ਇਹ ਹੈ ਗੁਰੂ ਨਾਨਕ ਦਾ ਘਰ ਕਰਾਮਾਤ ਨੂੰ ਕਹਿਰ ਮੰਨਦਾ ਹੈ। ਗੁਰੂ ਨਾਨਕ ਦਾ ਘਰ ਨਾ ਵਰ ਦੇ ਹੱਕ ਵਿੱਚ ਹੈ, ਨਾ ਸਰਾਫ ਦੇ ਹੱਕ ਵਿੱਚ ਹੈ। ਗੁਰੂ ਨਾਨਕ ਦਾ ਘਰ ਤਾਂ ਇੱਕ ਸੱਚ ਦਾ ਪੈਗਾਮ ਦਿੰਦਾ ਹੈ। ਉਹ ਪੈਗਾਮ ਕੀ ਹੈ? ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋ ਤਰੇ ਨਾ ਕੋਏ। ਇੱਥੇ ਤੇ ਕਰਨੀ ਦੀ ਪ੍ਰਧਾਨਤਾ ਜਿਹੜੀ ਹੈ ਉਸ ਨੂੰ ਉਸਾਰਿਆ ਜਾਂਦਾ ਹੈ। ਸੋ ਇਸ ਕਚਹਿਰੀ ਦੇ ਅੰਦਰ 3 ਸ਼ਰਤਾਂ ਸਾਹਮਣੇ ਆਈਆਂ ਨੇ। ਕਰਾਮਾਤ ਦਿਖਾ ਦਿਓ ਜਾਂ ਇਸਲਾਮ ਦੇ ਵਿੱਚ ਆ ਜਾਓ। ਜੇ ਦੋਵੇਂ ਨਹੀਂ ਪ੍ਰਵਾਨ ਤਾਂ ਆਪਣਾ ਸਿਰ ਦੇਣ ਵਾਸਤੇ ਆਪਣੇ ਆਪੇ ਨੂੰ ਅੱਗੇ ਲੈ ਕੇ ਆਓ। ਹੁਣ ਗੁਰੂ ਜੀ ਦਾ ਕੀ ਉੱਤਰ ਹੈ, ਗੁਰੂ ਜੀ ਕੀ ਉੱਤਰ ਦਿੰਦੇ ਨੇ, ਇਹ ਗੱਲ ਆਪਾਂ ਅਗਲੇ ਪੜਾਅ ਵਿੱਚ ਲੜੀ ਦੇ ਅਗਲੇ ਹਿੱਸੇ ਵਿੱਚ ਆਪਾਂ ਸ਼ਰਵਣ ਕਰਾਂਗੇ। ਆਓ ਆਪਣੇ ਆਪੇ ਨੂੰ ਸੱਚੀ ਆਪਾਂ ਵੀ ਗੁਰਮਤਿ ਦੇ ਸਿਧਾਂਤ ਨਾਲ, ਗੁਰਮਤਿ ਦੇ ਸੱਚ ਨਾਲ ਲਬਰੇਜ ਕਰੀਏ। ਇੰਨੀਆਂ ਬੇਨਤੀਆਂ ਕਬੂਲ ਕਰੋ। ਭੁੱਲਾਂ ਦੀ ਮਾਫੀ ਦੇਣਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।